ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਮਿਸ਼ਨ 100% ਅਭਿਆਸ ਸ਼ੀਟ 3 ਦੇ ਸਵਾਲ ਨੰਬਰ 21 22 ਅਤੇ 23 ਹੱਲ ਕਰਾਂਗੇ ਤੇ ਆਓ ਸ਼ੁਰੂ ਕਰੀਏ। ਸਵਾਲ ਨੰਬਰ 21 ਹੈ ਖਾਲੀ ਥਾਵਾਂ ਭਰੋ। ਇਸ ਸਵਾਲ ਵਿੱਚ ਬੱਚਿਓ ਸਾਨੂੰ ਕੁਝ ਵਾਕ ਦਿੱਤੇ ਹਨ ਤੇ ਅਸੀਂ ਇਹਨਾਂ ਵਾਕਾਂ ਵਿੱਚ ਖਾਲੀ ਥਾਵਾਂ ਨੂੰ ਭਰ ਕੇ ਵਾਕ ਨੂੰ ਪੂਰਾ ਕਰਨਾ ਹੈ। ਦੇਖੋ ਬੱਚਿਓ, ਊੜੇ ਵਾਲਾ ਵਾਕ ਹੈ 3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਡੈਸ਼ ਹੁੰਦੀ ਹੈ। ਬੱਚਿਓ ਦੇਖੋ, ਇਹ ਗਿਣਤਾਰਾ ਹੈ ਤੇ ਬੱਚਿਓ ਗਿਣਤਾਰੇ ਵਿੱਚ ਇਕਾਈ ਵਾਲੀ ਛੜ ਵਿੱਚ ਵੱਧ ਤੋਂ ਵੱਧ 9 ਮੋਤੀ ਆ ਸਕਦੇ ਹਨ ਅਤੇ ਦਹਾਈ ਵਾਲੀ ਛੜ ਵਿੱਚ ਵੀ ਵੱਧ ਤੋਂ ਵੱਧ 9 ਮੋਤੀ ਹੁੰਦੇ ਹਨ। ਇਸੇ ਤਰ੍ਹਾਂ ਹੀ ਬੱਚਿਓ ਸੈਂਕੜੇ ਵਾਲੀ ਛੜ ਵਿੱਚ ਵੀ ਵੱਧ ਤੋਂ ਵੱਧ 9 ਮੋਤੀ ਆ ਸਕਦੇ ਹਨ। ਇਸ ਤਰ੍ਹਾਂ ਬੱਚਿਓ ਦੇਖੋ 3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੋਈ? ਹਾਂਜੀ, 999। ਇਸ ਤਰ੍ਹਾਂ ਬੱਚਿਓ ਇਸ ਖਾਲੀ ਥਾਂ ਵਿੱਚ ਅਸੀਂ ਭਰਾਂਗੇ 999। ਅਗਲੀ ਖਾਲੀ ਥਾਂ ਹੈ ਬੱਚਿਓ ਦੇਖੋ 2200 ਤੋਂ ਪਹਿਲਾਂ ਵਾਲੀ ਸੰਖਿਆ ਅਤੇ 2200 ਤੋਂ ਬਾਅਦ ਵਾਲੀ ਸੰਖਿਆ ਲਿਖਣੀ ਹੈ। ਦੇਖੋ ਬੱਚਿਓ, ਇਸ ਸੰਖਿਆ ਪੱਟੀ ਉੱਤੇ 2200 ਤੋਂ ਪਹਿਲਾਂ ਸੰਖਿਆ ਹੈ 2199 ਅਤੇ 2200 ਤੋਂ ਬਾਅਦ ਵਾਲੀ ਸੰਖਿਆ ਹੈ 2201। ਇਸ ਤਰ੍ਹਾਂ ਬੱਚਿਓ ਇਸ ਖਾਲੀ ਥਾਂ ਵਿੱਚ ਅਸੀਂ 2200 ਤੋਂ ਪਹਿਲਾਂ ਲਿਖਾਂਗੇ 2199 ਅਤੇ 2200 ਤੋਂ ਬਾਅਦ ਵਾਲੀ ਸੰਖਿਆ ਦੀ ਜਗ੍ਹਾ ਤੇ ਲਿਖਾਂਗੇ 2201। ਦੇਖੋ ਬੱਚਿਓ, ਅਗਲੀ ਖਾਲੀ ਥਾਂ ਵਿੱਚ ਅਸੀਂ 7999 ਅਤੇ 8001 ਦੇ ਵਿਚਕਾਰ ਵਾਲੀ ਸੰਖਿਆ ਲਿਖਣੀ ਹੈ। ਦੇਖੋ ਬੱਚਿਓ, 7999 ਅਤੇ 8001 ਦੇ ਵਿਚਕਾਰ ਵਾਲੀ ਸੰਖਿਆ ਕਿਹੜੀ ਹੈ? ਹਾਂਜੀ, 8000। ਇਸ ਤਰ੍ਹਾਂ ਬੱਚਿਓ ਇਸ ਖਾਲੀ ਥਾਂ ਵਿੱਚ ਆਏਗਾ 8000। ਸੱਸੇ ਵਾਲੀ ਖਾਲੀ ਥਾਂ ਵਿੱਚ ਦੇਖੋ ਬੱਚਿਓ ਸੰਖਿਆਵਾਂ ਦਾ ਇੱਕ ਨਮੂਨਾ ਦਿੱਤਾ ਹੈ ਤੇ ਅਸੀਂ ਇਸ ਨਮੂਨੇ ਨੂੰ ਅੱਗੇ ਵਧਾਉਣਾ ਹੈ। ਦੇਖੋ ਬੱਚਿਓ, ਪਹਿਲੀ ਸੰਖਿਆ ਹੈ 1510, ਦੂਸਰੀ 1520, ਤੀਸਰੀ 1530। ਬੱਚਿਓ ਦੇਖੋ, ਇਹਨਾਂ ਵਿੱਚ 10-10 ਦੀ ਛਲਾਂਗ ਨਾਲ ਸੰਖਿਆਵਾਂ ਲਿਖੀਆਂ ਹਨ। 1510 ਤੋਂ ਬਾਅਦ 1520 ਹੈ, 1520 ਤੋਂ ਬਾਅਦ ਫਿਰ 10 ਦੀ ਛਲਾਂਗ ਨਾਲ 1530 ਹੈ ਤੇ ਬੱਚਿਓ 1530 ਤੋਂ ਬਾਅਦ 10 ਦੀ ਛਲਾਂਗ ਲਗਾਉਣ ਤੇ ਕਿਹੜੀ ਸੰਖਿਆ ਆਏਗੀ? ਹਾਂਜੀ, 1540। ਇਸ ਤਰ੍ਹਾਂ ਇਸ ਖਾਲੀ ਥਾਂ ਵਿੱਚ ਅਸੀਂ ਭਰਾਂਗੇ 1540। ਹਾਹੇ ਵਾਲੀ ਖਾਲੀ ਥਾਂ ਵਿੱਚ ਵੀ ਬੱਚਿਓ ਸਾਨੂੰ ਸੰਖਿਆਵਾਂ ਦਾ ਇੱਕ ਨਮੂਨਾ ਦਿੱਤਾ ਹੈ। ਦੇਖੋ, ਪਹਿਲੀ ਸੰਖਿਆ ਹੈ 4690, ਦੂਸਰੀ 4670, ਤੀਸਰੀ 4650। ਬੱਚਿਓ ਦੇਖੋ, ਇਸ ਨਮੂਨੇ ਤੋਂ ਅਸੀਂ ਦੇਖਦੇ ਪਏ ਹਾਂ ਕਿ ਇਹਦੇ ਵਿੱਚ ਸੰਖਿਆਵਾਂ ਦਾ ਨਮੂਨਾ ਬਣਾਉਣ ਲਈ 20 ਦੀ ਘਟਾਓ ਕੀਤੀ ਗਈ ਹੈ। ਜਿਸ ਤਰ੍ਹਾਂ ਬੱਚਿਓ 4690 ਤੋਂ 20 ਘਟਾਉਣ ਤੇ 4670, 4670 ਵਿੱਚ 20 ਘਟਾਉਣ ਤੇ 4650। ਇਸੇ ਤਰ੍ਹਾਂ ਹੀ ਬੱਚਿਓ 4650 ਵਿੱਚ 20 ਘਟਾਉਣ ਤੇ ਕਿੰਨੇ ਆਉਣਗੇ? 4630। ਇਸੇ ਤਰ੍ਹਾਂ ਬੱਚਿਓ ਇਸ ਖਾਲੀ ਥਾਂ ਵਿੱਚ ਅਸੀਂ 4630 ਭਰਾਂਗੇ। ਸਵਾਲ ਨੰਬਰ 22 ਹੈ ਸਹੀ ਕਥਨ ਅੱਗੇ ਸਹੀ ਦਾ ਨਿਸ਼ਾਨ ਅਤੇ ਗਲਤ ਕਥਨ ਅੱਗੇ ਗਲਤ ਦਾ ਨਿਸ਼ਾਨ ਲਗਾਓ। ਇਸ ਵਿੱਚ ਬੱਚਿਓ ਸਾਨੂੰ ਕੁਝ ਕਥਨ ਦਿੱਤੇ ਗਏ ਹਨ ਤੇ ਅਸੀਂ ਦੇਖਣਾ ਹੈ ਕਿ ਉਹ ਕਥਨ ਸਹੀ ਹੈ ਜਾਂ ਗਲਤ। ਜੇ ਉਹ ਕਥਨ ਗਲਤ ਹੈ ਤਾਂ ਅਸੀਂ ਉਸ ਅੱਗੇ ਗਲਤ ਦਾ ਨਿਸ਼ਾਨ ਲਗਾਉਣਾ ਹੈ ਤੇ ਜੇ ਸਹੀ ਹੈ ਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਊੜੇ ਵਾਲਾ ਕਥਨ ਹੈ ਛੋਟੀਆਂ ਵਸਤੂਆਂ ਦੀ ਲੰਬਾਈ ਫੁੱਟੇ ਦੀ ਸਹਾਇਤਾ ਨਾਲ ਸੈਂਟੀਮੀਟਰ ਵਿੱਚ ਮਾਪਦੇ ਹਾਂ। ਦੇਖੋ ਬੱਚਿਓ, ਛੋਟੀਆਂ ਵਸਤੂਆਂ ਪੈਨ ਜਾਂ ਪੈਨਸਿਲ ਆਦਿ ਦੀ ਲੰਬਾਈ ਨੂੰ ਮਾਪਣ ਲਈ ਅਸੀਂ ਫੁੱਟੇ ਦੀ ਵਰਤੋਂ ਕਰਦੇ ਹਾਂ। ਤੇ ਬੱਚਿਓ ਦੇਖੋ, ਫੁੱਟੇ ਉੱਤੇ 15 ਵੱਡੀਆਂ ਲਾਈਨਾਂ ਹਨ। ਇਹ ਸੈਂਟੀਮੀਟਰ ਨੂੰ ਦਰਸਾਉਂਦੀਆਂ ਹਨ। 0 ਤੋਂ 1 ਤੱਕ ਬੱਚਿਓ 10 ਛੋਟੀਆਂ ਲਾਈਨਾਂ ਹਨ ਤੇ 0 ਤੋਂ 1 ਤੱਕ 1 ਸੈਂਟੀਮੀਟਰ ਹੋਇਆ।
ਇਸ ਤੋਂ ਬੱਚਿਓ ਦੇਖੋ ਸਪਸ਼ਟ ਹੁੰਦਾ ਹੈ ਕਿ ਜਦੋਂ ਅਸੀਂ ਛੋਟੀਆਂ ਵਸਤੂਆਂ ਦੀ ਲੰਬਾਈ ਨੂੰ ਮਾਪਦੇ ਹਾਂ ਤਾਂ ਅਸੀਂ ਫੁੱਟੇ ਦੀ ਵਰਤੋਂ ਕਰਕੇ ਸੈਂਟੀਮੀਟਰ ਵਿੱਚ ਮਾਪਦੇ ਹਾਂ। ਇਸ ਲਈ ਦਿੱਤਾ ਹੋਇਆ ਕਥਨ ਸਹੀ ਹੈ। ਇਸ ਲਈ ਬੱਚਿਓ ਊੜੇ ਵਾਲੇ ਕਥਨ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ। ਐੜੇ ਵਾਲਾ ਕਥਨ ਹੈ ਫੁੱਟੇ ਦੀ ਵਰਤੋਂ ਕਰਦੇ ਸਮੇਂ ਲੰਬਾਈ ਹਮੇਸ਼ਾ 0 ਤੋਂ ਮਾਪਣੀ ਸ਼ੁਰੂ ਕਰਦੇ ਹਾਂ। ਦੇਖੋ ਬੱਚਿਓ ਮੇਰੇ ਕੋਲ ਇੱਕ ਪੈਨ ਹੈ ਤੇ ਮੈਂ ਇਸ ਦੀ ਲੰਬਾਈ ਨੂੰ ਮਾਪਣਾ ਹੈ। ਤੇ ਬੱਚਿਓ ਦੇਖੋ ਜਦੋਂ ਮੈਂ ਫੁੱਟੇ ਦੀ ਵਰਤੋਂ ਨਾਲ ਇਸ ਦੀ ਲੰਬਾਈ ਨੂੰ ਮਾਪਣਾ ਸ਼ੁਰੂ ਕਰਾਂਗੀ ਤਾਂ ਮੈਂ 0 ਤੋਂ ਸ਼ੁਰੂ ਕਰਦੀ ਹਾਂ। ਤੇ ਬੱਚਿਓ ਦੇਖੋ 0 ਤੋਂ ਸ਼ੁਰੂ ਕਰਦੇ ਹੋਏ ਕਿੱਥੋਂ ਤੱਕ ਇਸ ਦੀ ਲੰਬਾਈ ਆਉਂਦੀ ਹੈ। ਦੇਖੋ ਬੱਚਿਓ 14 ਤੱਕ, ਭਾਵ ਇਸ ਪੈਨ ਦੀ ਲੰਬਾਈ 14 ਸੈਂਟੀਮੀਟਰ ਹੈ। ਤੇ ਇਸ ਲਈ ਬੱਚਿਓ ਜਦੋਂ ਵੀ ਅਸੀਂ ਲੰਬਾਈ ਨੂੰ ਫੁੱਟੀ ਦੀ ਸਹਾਇਤਾ ਨਾਲ ਮਾਪਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ 0 ਤੋਂ ਸ਼ੁਰੂ ਕਰਦੇ ਹਾਂ। ਤੇ ਇਸ ਲਈ ਬੱਚਿਓ ਦਿੱਤਾ ਹੋਇਆ ਕਥਨ ਸਹੀ ਹੈ। ਐੜੇ ਵਾਲੇ ਕਥਨ ਅੱਗੇ ਵੀ ਅਸੀਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ। ਈੜੀ ਵਾਲਾ ਕਥਨ ਹੈ 1 ਕਿਲੋਗ੍ਰਾਮ ਬਰਾਬਰ 1000 ਗ੍ਰਾਮ। ਬੱਚਿਓ ਤੁਸੀਂ ਪੜ੍ਹ ਚੁੱਕੇ ਹੋ ਕਿ ਅਸੀਂ ਭਾਰ ਨੂੰ ਕਿਲੋਗ੍ਰਾਮ ਜਾਂ ਗ੍ਰਾਮ ਵਿੱਚ ਮਾਪਦੇ ਹਾਂ। ਤੇ ਬੱਚਿਓ 1 ਕਿਲੋਗ੍ਰਾਮ ਵਿੱਚ ਕਿੰਨੇ ਗ੍ਰਾਮ ਹੁੰਦੇ ਹਨ? ਹਾਂਜੀ 1000 ਗ੍ਰਾਮ। ਇਸ ਤਰ੍ਹਾਂ ਬੱਚਿਓ ਇਹ ਵਾਲਾ ਕਥਨ ਸਹੀ ਹੈ ਤੇ ਇਸ ਕਥਨ ਉੱਪਰ ਵੀ ਅਸੀਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ। ਅਗਲਾ ਕਥਨ ਹੈ ਮੀਟਰ ਨੂੰ ਸੈਂਟੀਮੀਟਰ ਵਿੱਚ ਬਦਲਣ ਲਈ 1000 ਨਾਲ ਗੁਣਾ ਕੀਤਾ ਜਾਂਦਾ ਹੈ। ਬੱਚਿਓ ਦੇਖੋ 1 ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ ਹਨ ਤੇ ਜਦੋਂ ਅਸੀਂ ਮੀਟਰ ਨੂੰ ਸੈਂਟੀਮੀਟਰ ਵਿੱਚ ਬਦਲਦੇ ਹਾਂ ਤਾਂ ਅਸੀਂ 100 ਨਾਲ ਗੁਣਾ ਕਰਦੇ ਹਾਂ। ਜਿਵੇਂ 4 ਮੀਟਰ ਨੂੰ ਸੈਂਟੀਮੀਟਰ ਵਿੱਚ ਬਦਲਣ ਲਈ ਮੈਂ 4 ਨੂੰ 100 ਨਾਲ ਗੁਣਾ ਕਰਾਂਗੀ ਤੇ ਕਿੰਨਾ ਆ ਗਿਆ 400 ਸੈਂਟੀਮੀਟਰ। ਇਸ ਲਈ ਬੱਚਿਓ ਦਿੱਤਾ ਹੋਇਆ ਕਥਨ ਗਲਤ ਹੈ ਤੇ ਇਸ ਅੱਗੇ ਮੈਂ ਗਲਤ ਦਾ ਨਿਸ਼ਾਨ ਲਗਾਉਂਦੀ ਹਾਂ। ਅਗਲਾ ਕਥਨ ਹੈ ਭਾਰ ਮਾਪਣ ਦੀ ਮਿਆਰੀ ਇਕਾਈ ਮੀਟਰ ਹੈ। ਬੱਚਿਓ ਜਦੋਂ ਤੁਸੀਂ ਦੁਕਾਨਦਾਰ ਤੋਂ ਕੋਈ ਵਸਤੂ ਜਿਵੇਂ ਫਲ ਸਬਜ਼ੀਆਂ ਲੈਣ ਜਾਂਦੇ ਹੋ ਤਾਂ ਉਹ ਉਸ ਦੇ ਭਾਰ ਨੂੰ ਕਿਲੋਗ੍ਰਾਮਾਂ ਜਾਂ ਗ੍ਰਾਮਾਂ ਵਿੱਚ ਮਾਪਦਾ ਹੈ। ਇਸ ਲਈ ਬੱਚਿਓ ਭਾਰ ਮਾਪਣ ਦੀ ਮਿਆਰੀ ਇਕਾਈ ਮੀਟਰ ਨਹੀਂ ਹੈ, ਕਿਲੋਗ੍ਰਾਮ ਹੈ। ਇਸ ਲਈ ਇਹ ਕਥਨ ਗਲਤ ਹੈ ਤੇ ਇਸ ਅੱਗੇ ਮੈਂ ਗਲਤ ਦਾ ਨਿਸ਼ਾਨ ਲਗਾਉਂਦੀ ਹਾਂ। 23 ਨੰਬਰ ਸਵਾਲ ਹੈ ਅੰਕਾਂ 4, 2, 6 ਅਤੇ 7 ਦੀ ਵਰਤੋਂ ਕਰਦੇ ਹੋਏ 4 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਅਤੇ ਇਹਨਾਂ ਦਾ ਜੋੜਫਲ ਅਤੇ ਅੰਤਰ ਪਤਾ ਕਰੋ। ਬੱਚਿਓ 4, 2, 6 ਅਤੇ 7 ਦੀ ਵੱਡੀ ਤੋਂ ਵੱਡੀ ਸੰਖਿਆ ਬਣਾਉਣ ਲਈ ਪਹਿਲਾਂ ਅਸੀਂ ਇਹਨਾਂ ਅੰਕਾਂ ਨੂੰ ਸਥਾਨਕ ਮੁੱਲ ਸਾਰਣੀ ਤੇ ਰੱਖ ਕੇ ਦੇਖਦੇ ਹਾਂ। ਬੱਚਿਓ ਦੇਖੋ 4, 2, 6 ਅਤੇ 7 ਵਿੱਚੋਂ ਸਭ ਤੋਂ ਵੱਡਾ ਅੰਕ ਕਿਹੜਾ ਹੈ? 7। ਤੇ ਇਸ ਨੂੰ ਮੈਂ 1000 ਦੇ ਸਥਾਨ ਤੇ ਰੱਖਦੀ ਹਾਂ। ਫਿਰ ਬੱਚਿਓ ਬਾਕੀ ਬਚੇ ਹੋਏ 3 ਅੰਕਾਂ ਵਿੱਚੋਂ ਸਭ ਤੋਂ ਵੱਡਾ ਅੰਕ ਕਿਹੜਾ ਹੈ? 6। 6 ਨੂੰ ਮੈਂ ਸੈਂਕੜੇ ਦੇ ਸਥਾਨ ਤੇ ਰੱਖਦੀ ਹਾਂ। ਫਿਰ ਬੱਚਿਓ ਦੇਖੋ ਬਾਕੀ ਬਚੇ 2 ਅੰਕਾਂ ਵਿੱਚੋਂ ਵੱਡਾ ਅੰਕ ਕਿਹੜਾ ਹੈ? 4। 4 ਨੂੰ ਮੈਂ ਦਹਾਈ ਦੇ ਸਥਾਨ ਤੇ ਰੱਖਦੀ ਹਾਂ। ਬੱਚਿਓ ਹੁਣ ਸਾਡੇ ਕੋਲ ਇੱਕ ਅੰਕ ਬਚ ਗਿਆ ਹੈ ਤੇ ਉਸ ਨੂੰ ਮੈਂ ਇਕਾਈ ਦੇ ਸਥਾਨ ਤੇ ਰੱਖਦੀ ਹਾਂ। ਦੇਖੋ ਬੱਚਿਓ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਬਣੀ ਫਿਰ? 7642। ਹੁਣ ਬੱਚਿਓ ਅਸੀਂ 4, 2, 6 ਅਤੇ 7 ਦੀ ਵਰਤੋਂ ਕਰਦੇ ਹੋਏ ਛੋਟੀ ਤੋਂ ਛੋਟੀ ਸੰਖਿਆ ਬਣਾਉਂਦੇ ਹਾਂ। ਬੱਚਿਓ ਹੁਣ ਅਸੀਂ ਇਹਨਾਂ ਅੰਕਾਂ ਵਿੱਚੋਂ ਸਭ ਤੋਂ ਛੋਟਾ ਅੰਕ 1000 ਦੇ ਸਥਾਨ ਤੇ ਰੱਖਦੇ ਹਾਂ ਤੇ ਕਿਹੜਾ ਹੈ ਸਭ ਤੋਂ ਛੋਟਾ ਅੰਕ? 2। ਇਸ ਲਈ 2 ਨੂੰ ਮੈਂ 1000 ਦੇ ਸਥਾਨ ਤੇ ਰੱਖਦੀ ਹਾਂ। ਹੁਣ ਬੱਚਿਓ ਅਸੀਂ ਬਾਕੀ ਬਚੇ ਹੋਏ 3 ਅੰਕਾਂ ਵਿੱਚੋਂ ਛੋਟੇ ਅੰਕ ਨੂੰ ਸੈਂਕੜੇ ਦੇ ਸਥਾਨ ਤੇ ਰੱਖਦੇ ਹਾਂ ਤੇ ਬੱਚਿਓ ਇਹਨਾਂ ਵਿੱਚੋਂ ਛੋਟਾ ਅੰਕ ਕਿਹੜਾ ਹੈ? 4। ਇਸ ਲਈ ਮੈਂ 4 ਨੂੰ ਸੈਂਕੜੇ ਦੇ ਸਥਾਨ ਤੇ ਰੱਖਦੀ ਹਾਂ। ਹੁਣ ਬੱਚਿਓ ਦੇਖੋ 6 ਅਤੇ 7 ਵਿੱਚੋਂ ਛੋਟਾ ਅੰਕ ਕਿਹੜਾ ਹੈ? ਹਾਂਜੀ 6। 6 ਨੂੰ ਮੈਂ ਦਹਾਈ ਦੇ ਸਥਾਨ ਤੇ ਰੱਖਦੀ ਹਾਂ ਤੇ ਬੱਚਿਓ ਸਭ ਤੋਂ ਵੱਡਾ ਅੰਕ ਕਿਹੜਾ ਹੈ? 7। ਇਸ ਲਈ 7 ਨੂੰ ਮੈਂ ਇਕਾਈ ਦੇ ਸਥਾਨ ਤੇ ਰੱਖਦੀ ਹਾਂ। ਦੇਖੋ ਬੱਚਿਓ ਹੁਣ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਬਣੀ? ਹਾਂਜੀ 2467। ਤੇ ਹੁਣ ਬੱਚਿਓ ਅਸੀਂ ਇਹਨਾਂ ਦੋਵਾਂ ਸੰਖਿਆਵਾਂ ਦਾ ਜੋੜਫਲ ਪਤਾ ਕਰਦੇ ਹਾਂ। ਬੱਚਿਓ ਹੁਣ ਅਸੀਂ ਇਹਨਾਂ ਦੋਵਾਂ ਸੰਖਿਆਵਾਂ ਦਾ ਜੋੜਫਲ ਪਤਾ ਕਰਨ ਲਈ ਇਹਨਾਂ ਦੋਵਾਂ ਸੰਖਿਆਵਾਂ ਨੂੰ ਜਮ੍ਹਾਂ ਕਰਦੇ ਹਾਂ। ਤੇ ਦੇਖੋ ਬੱਚਿਓ ਇਹਨਾਂ ਦੋਵਾਂ ਸੰਖਿਆਵਾਂ ਨੂੰ ਜਮ੍ਹਾਂ ਕਰਨ ਤੇ ਕਿੰਨਾ ਉੱਤਰ ਆਇਆ? ਹਾਂਜੀ 10109। ਹੁਣ ਅਸੀਂ ਇਹਨਾਂ ਸੰਖਿਆਵਾਂ ਦਾ ਅੰਤਰ ਪਤਾ ਕਰਦੇ ਹਾਂ ਤੇ ਬੱਚਿਓ ਅੰਤਰ ਪਤਾ ਕਰਨ ਲਈ ਅਸੀਂ ਇਹਨਾਂ ਦੋਵਾਂ ਸੰਖਿਆਵਾਂ ਦੀ ਘਟਾਓ ਕਰਦੇ ਹਾਂ
ਤੇ ਬੱਚਿਓ ਦੇਖੋ ਇਹਨਾਂ ਦੋਵਾਂ ਸੰਖਿਆਵਾਂ ਦੀ ਘਟਾਓ ਕਰਨ ਤੇ ਕਿੰਨਾ ਉੱਤਰ ਪ੍ਰਾਪਤ ਹੁੰਦਾ ਹੈ। ਹਾਂਜੀ 5175। ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਮਿਸ਼ਨ 100% ਅਭਿਆਸ ਸ਼ੀਟ 3 ਦੇ ਸਵਾਲ ਨੰਬਰ 21, 22 ਅਤੇ 23 ਨੂੰ ਹੱਲ ਕਰਨਾ ਹੈ।